अस्सलाम वालेकुम जी। मैं डॉक्टर नसीम राय जी फ्राम छत्तापोर्ट। ਅਕਸਰ ਮਰੀਜ਼ ਇਸ ਤਰ੍ਹਾਂ ਦੇ ਹੁੰਦੇ ਨੇ, ਅਕਸਰ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਦੇ ਨੱਕ ਚੋਂ ਔਰ ਮੂੰਹ ਚੋਂ ਇੰਨੀ ਗੰਦੀ ਬੋ ਆਉਂਦੀ ਆ ਕਿ ਦੂਸਰਾ ਬੰਦਾ ਉਹਨਾਂ ਦੇ ਕੋਲ ਬੈਠਣਾ ਪਸੰਦ ਨਹੀਂ ਕਰਦਾ। ਬਾਹਰ ਦੇ ਬੰਦੇ ਨੇ ਤੇ ਬੈਠਣਾ ਕੀ ਆ, ਘਰ ਦੇ ਲੋਕ ਵੀ ਬੈਠਣਾ ਪਸੰਦ ਨਹੀਂ ਕਰਦੇ। ਅਗਰ ਮਰੀਜ਼ ਨੂੰ ਕਿਹਾ ਜਾਵੇ ਵੀ ਤੇਰੇ ਯਾਰ ਮੂੰਹ ਚੋਂ ਗੰਦੀ ਬੋ ਆਉਂਦੀ ਆ ਜਾਂ ਨੱਕ ਚੋਂ ਗੰਦੀ ਬੋ ਆਉਂਦੀ ਆ, ਉਹ ਕਹਿੰਦਾ ਕੋਈ ਨਹੀਂ, ਮੈਨੂੰ ਨਹੀਂ ਆਉਂਦੀ, ਕਿਉਂਕਿ ਆਪ ਨੂੰ ਤਾਂ ਨਹੀਂ ਆ ਰਹੀ ਹੁੰਦੀ। ਤੇ ਦੋਸਤੋ, ਅਗਰ ਤੁਹਾਡਾ ਵੀ ਕੋਈ ਮਰੀਜ਼ ਇਸ ਤਰ੍ਹਾਂ ਦਾ ਹੈ ਕਿ ਉਹਦੇ ਨੱਕ ਚੋਂ ਔਰ ਮੂੰਹ ਦੇ ਵਿੱਚੋਂ ਗੰਦੀ ਬੋ ਆਉਂਦੀ ਆ ਔਰ ਬਹੁਤ ਜ਼ਿਆਦਾ ਬੋ ਆਉਂਦੀ ਆ, ਇੱਥੇ ਤੱਕ ਕਿ ਲਸਣ ਵਰਗੀ ਬੋ ਆਉਂਦੀ ਆ, ਜਿੰਨੀ ਲਸਣ ਦੀ ਤੇਜ਼ ਬੋ ਹੁੰਦੀ ਆ ਨਾ, ਲਸਣ ਦੀ ਤਰ੍ਹਾਂ ਹੀ ਬੋ ਆਉਂਦੀ ਆ। ਪਰੇਸ਼ਾਨੀ ਹੋਣਾ ਸਾਡੀ ਅੱਜ ਦੀ ਰੈਮਡੀ ਚੰਦ ਖੁਰਾਕਾਂ ਨਾ ਸਿਰਫ ਬੂ ਨੂੰ ਠੀਕ ਕਰ ਦੇਗੀ, ਬਲਕਿ ਮਰੀਜ਼ ਮੁਕੰਮਲ ਤੌਰ ਪਰ ਠੀਕ ਹੋ ਜਾਏਗਾ। ਉਹੀ ਮਰੀਜ਼ ਜਿਹਦੇ ਕੋਲ ਕੋਈ ਬੈਠਣਾ ਪਸੰਦ ਨਹੀਂ ਕਰਦਾ, ਉਹ ਮਹਿਫਲ ਦੀ ਜਾਨ ਵੀ ਬਣ ਸਕਦਾ ਹੈ। ਤਾਂ ਦੋਸਤੋ, ਕਰਨਾ ਕੀ ਆ, ਹੋਮੀਓਪੈਥਿਕ ਦੀ ਇੱਕ ਦਵਾ ਹੈ ਫਾਸਫੋਰਸ। ਫਾਸਫੋਰਸ 200 ਤੱਕ ਚ ਲੈਣੀ ਆ, 5 ਕਤਰੇ ਰੋਜ਼ਾਨਾ, ਜ਼ਿਆਦਾ ਤੋਂ ਜ਼ਿਆਦਾ 5 ਤੋਂ 7 ਦਿਨ। ਇਨਸ਼ਾਅੱਲਾ ਜਿਹੜੀ ਮੂੰਹ ਦੇ ਵਿੱਚੋਂ ਨੱਕ ਚੋਂ ਲਸਣ ਵਰਗੀ ਗੰਦੀ ਬੋ ਆਉਂਦੀ ਆ, ਉਹ ਠੀਕ ਹੋ ਜਾਏਗੀ ਔਰ ਦੁਬਾਰਾ ਆਏਗੀ ਵੀ ਨਹੀਂ। ਕਰਨਾ ਕੀ ਆ, ਹੋਮੀਓਪੈਥਿਕ ਦੀ ਇੱਕ ਰੈਮਡੀ ਆ ਫਾਸਫੋਰਸ 200 ਤੱਕ, 5 ਕਤਰੇ ਰੋਜ਼ਾਨਾ, ਸਿਰਫ 5 ਦਿਨ। ਫਿਰ ਦੁਬਾਰਾ ਦਵਾਈ ਦੀ ਜ਼ਰੂਰਤ ਨਹੀਂ ਰਹਿਣੀ ਔਰ ਦਵਾਈ ਨੂੰ ਬਿਲਾ ਵਜ੍ਹਾ ਇਸਤੇਮਾਲ ਨਹੀਂ ਕਰਨਾ। ਆਪਣੇ ਕਰੀਬ ਤਰੀਬ ਹੋਮੀਓਪੈਥਿਕ ਡਾਕਟਰ ਨਾਲ ਮਸ਼ਵਰਾ ਵੀ ਕਰੋ, ਉਹ ਤੋਂ ਦਵਾਈ ਵੀ ਲਓ, ਉਹ ਤੋਂ 5 ਖੁਰਾਕਾਂ ਬਣਵਾ ਲਓ, ਤੇ ਇਨਸ਼ਾਅੱਲਾ ਤੁਸੀਂ ਠੀਕ ਹੋ ਜਾਓਗੇ। ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਵੀਡੀਓ ਹੋਰ ਲੋਕਾਂ ਤੱਕ ਪਹੁੰਚੇ ਔਰ ਉਹਨਾਂ ਦਾ ਫਾਇਦਾ ਹੋਵੇ। ਸ਼ੁਕਰੀਆ, ਅੱਲਾਹ ਹਾਫਿਜ਼।